ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਸੈਨ ਹੋਜ਼ੇ ਗੋਲੀ ਕਾਂਡ ਵਿੱਚ 9 ਲੋਕਾਂ ਦੀ ਮੌਤ। ਮ੍ਰਿਤਕਾਂ ਵਿੱਚ ਸਿੱਖ ਨੌਜਵਾਨ ਤਪਤੇਜਦੀਪ ਸਿੰਘ ਵੀ ਸ਼ਾਮਲ। ਵਿਦੇਸ਼ਾਂ ਵਿੱਚ ਫਸੇ ਅਮਰੀਕੀ ਨਾਗਰਿਕ ਮਿਆਦ ਪੁਗਾ ਚੁੱਕੇ ਪਾਸਪੋਰਟਾਂ ਤੇ ਪਰਤ ਸਕਣਗੇ ਵਾਪਸ। ਨਵੀਂ ਯੂਰੀ ਕਰੇਗੀ ਟਰੰਪ ਖਿਲਾਫ ਸੁਣਵਾਈ। FDA ਨੇ ਕੋਵਿਡ-19 ਦੇ ਇਲਾਜ ਲਈ ਤੀਜੀ ਐਂਟੀਬਾਡੀ ਦਵਾਈ ਨੂੰ ਦਿੱਤੀ ਮਨਜ਼ੂਰੀ। ਕੋਰੋਨਾ ਦੀ ਸ਼ੁਰੂਆਤੀ ਜਾਂਚ ਦੀਆਂ ਕੋਸ਼ਿਸ਼ਾਂ ਵਧਾਉਣ ਅਮਰੀਕੀ ਖੁਫੀਆ ਏਜੰਸੀਆਂ ਜੋ ਬਾਈਡਨ। ਨਿਊਯਾਰਕ ਟਾਈਮਜ਼ ਦਾ ਦਾਅਵਾ, ਭਾਰਤ ਵਿੱਚ ਕੋਰੋਨਾ ਕਾਰਨ 42 ਲੱਖ ਲੋਕਾਂ ਦੀ ਮੌਤ ਦੇ ਸ਼ੰਕੇ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਹੋਜ਼ੇ ਵਿਖੇ ਬੁੱਧਵਾਰ ਸਵੇਰੇ 6:03 ਤੇ ਹੋਈ ਇੱਕ ਗੋਲੀਬਾਰੀ ਦੀ ਘਟਨਾ 'ਚ ਕਥਿਤ ਕਾਤਲ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਇੱਕ ਰੇਲ ਯਾਰਡ ਵਿੱਚ ਹੋਈ। ਮ੍ਰਿਤਕ ਵਿਅਕਤੀ ਵਿੱਚ 36 ਸਾਲਾ ਸਿੱਖ ਨੌਜਵਾਨ ਤਪਤੇਜਦੀਪ ਸਿੰਘ ਗਿੱਲ ਵੀ ਸ਼ਾਮਲ ਸੀ। ਤਪਤੇਜਦੀਪ ਸਿੰਘ ਦੇ ਨਾਲ ਕੰਮ ਕਰਦੇ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਕਿ ਤਪਤੇਜਦੀਪ ਸਿੰਘ ਆਪਣਾ ਕਮਰਾ ਛੱਡ ਕੇ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਗੋਲੀਆਂ ਚੱਲ ਰਹੀਆਂ ਸਨ ਤਾਂ ਕਿ ਲੋਕਾਂ ਦਾ ਬਚਾਅ ਕੀਤਾ ਜਾ ਸਕੇ, ਪਰ ਲੋਕਾਂ ਦੀ ਜਾਨ ਬਚਾਉਂਦਾ ਹੋਇਆ ਉਹ ਗੋਲੀਆਂ ਦੀ ਲਪੇਟ ਵਿੱਚ ਆ ਗਿਆ ਅਤੇ ਆਪਣੀ ਜਾਨ ਗੁਆ ਬੈਠਾ। ਉਹ ਕੈਲੀਫੋਰਨੀਆ ਦੇ ਯੂਨੀਅਨ ਸਿਟੀ ਦਾ ਵਸਨੀਕ ਸੀ। ਉਹ ਇੱਥੇ ਆਪਣੀ ਪਤਨੀ ਅਤੇ 2 ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 2 ਸਾਲ ਅਤੇ 4 ਸਾਲ ਦੀ ਹੈ ਨਾਲ ਰਹਿ ਰਿਹਾ ਸੀ। ਉਸ ਦਾ ਪਿਛਲਾ ਪਿੰਡ ਗਗੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਸੀ ਅਤੇ ਉਹ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਹ VTA ਕੰਪਨੀ ਦੇ ਯਾਰਡ ਵਿੱਚ ਹੀ ਕੰਮ ਕਰਦਾ ਸੀ। ਬੁੱਧਵਾਰ ਸਵੇਰੇ ਹੋਈ ਇਸ ਘਟਨਾ ਨੂੰ VTA ਕੰਪਨੀ ਦੇ ਯਾਰਡ ਵਿੱਚ ਹੀ ਕੰਮ ਕਰਦੇ 57 ਸਾਲਾ ਸੈਮੂਅਲ ਕੈਸਟੀ ਵੱਲੋਂ ਗੋਲੀਬਾਰੀ ਕਰਕੇ 8 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਥਿਤ ਕਤਲ ਸੈਮੂਅਲ ਕੈਸਟੀ 2001 ਤੋਂ VTA ਵਿੱਚ ਹੀ ਕੰਮ ਕਰ ਰਿਹਾ ਸੀ। ਉਸ ਦਾ ਆਪਣੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ। ਸਵੇਰੇ ਕੰਮ ਤੇ ਆਉਣ ਤੋਂ ਪਹਿਲਾਂ ਉਸ ਆਪਣੇ ਘਰ ਨੂੰ ਵੀ ਅੱਗ ਲਗਾ ਦਿੱਤੀ ਸੀ ਅਤੇ ਯਾਰਡ ਵਿੱਚ ਆਉਂਦਿਆਂ ਹੀ ਉਹ ਗੁੱਸੇ ਵਿੱਚ ਦਿਖ ਰਿਹਾ ਸੀ। VTA ਯੂਨੀਅਨ ਦੀ ਮੀਟਿੰਗ ਇੱਥੇ ਹੋਣੀ ਸੀ ਜਿਸ ਤੋਂ ਉਹ ਖੁਸ਼ ਨਹੀਂ ਸੀ। ਉਸ ਦੇ ਸਾਥੀਆਂ ਦਾ ਕਹਿਣਾ ਸੀ ਕਿ ਕਥਿਤ ਕਾਤਲ ਸੈਮੂਅਲ ਕੈਸਟੀ ਗਰਮ ਸੁਭਾਅ ਦਾ ਸੀ ਅਤੇ ਅਕਸਰ ਹੀ ਆਪਣੇ ਸਾਥੀ ਕਰਮਚਾਰੀਆਂ ਨਾਲ ਛੋਟੀ-ਛੋਟੀ ਗੱਲ ਤੇ ਲੜਦਾ ਰਹਿੰਦਾ ਸੀ। ਜਿਸ ਰੇਲ ਯਾਰਡ ਵਿੱਚ ਇਹ ਗੋਲੀ ਕਾਂਡ ਹੋਇਆ ਉਹ ਸਾਂਤਾ ਕਲਾਰਾ ਕਾਉਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇੱਕ ਆਵਾਜਾਈ ਕੰਟਰੋਲ ਕੇਂਦਰ ਹੈ ਜਿੱਥੇ ਟ੍ਰੇਨਾਂ ਖੜੀਆਂ ਹੁੰਦੀਆਂ ਹਨ। VTA ਸਾਂਤਾ ਕਲਾਰਾ ਕਾਉਂਟੀ ਬੱਸ, ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਂਦੀ ਹੈ। ਇਸ ਘਟਨਾ ਵਿੱਚ ਮਰਨ ਵਾਲੇ ਮ੍ਰਿਤਕਾਂ ਦੇ ਨਾਂ ਪੁਲਿਸ ਨੇ ਘੋਸ਼ਿਤ ਕਰ ਦਿੱਤੇ ਨੇ, ਜਿਸ ਅਨੁਸਾਰ 36 ਸਾਲਾ ਤਪਤੇਜਦੀਪ ਸਿੰਘ ਗਿੱਲ, 42 ਸਾਲਾ ਪਾਲ ਮੇਗੀਆ, 29 ਸਾਲਾ ਐਡਰੀਆਨ ਬਲੇਜ਼ਾ, 35 ਸਾਲਾ ਹੋਜ਼ੇ ਹਰਨਾਂਡੇਜ਼, 49 ਸਾਲਾ ਕਿਮਥੀ ਰੋਮੇ, 40 ਸਾਲਾ ਮਾਈਕਲ ਜੋਸਫ, 63 ਸਾਲਾ ਅਬਡੋਲ ਬਹਾਵ ਅਤੇ 63 ਸਾਲਾ ਲਾਰਸ ਲੇਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੀ ਚੋਣਾਂ ਤੋਂ ਬਾਅਦ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ, ਜਿਸ ਤੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਜਲਦ ਹੀ ਅਮਰੀਕਾ ਵਿੱਚ ਗਨ ਕਾਨੂੰਨ ਸਖਤ ਕੀਤਾ ਜਾਵੇਗਾ। US ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਮਿਆਦ ਪੁਗਾ ਚੁੱਕੇ ਪਾਸਪੋਰਟ ਵਾਲੇ ਨਾਗਰਿਕ ਹੁਣ ਵਾਪਸ ਅਮਰੀਕਾ ਆ ਸਕਦੇ ਹਨ। ਅਮਰੀਕਾ ਦੇ ਨਾਗਰਿਕ ਜਿਨ੍ਹਾਂ ਦਾ ਪਾਸਪੋਰਟ 1 ਜਨਵਰੀ 2020 ਨੂੰ ਜਾਂ ਇਸ ਤੋਂ ਬਾਅਦ ਖਤਮ ਹੋਇਆ, ਉਹ ਆਪਣੇ ਮਿਆਦ ਪੁੱਗਣ ਵਾਲੇ US ਪਾਸਪੋਰਟ ਦੀ ਵਰਤੋਂ ਅਮਰੀਕਾ ਦੀ ਯਾਤਰਾ ਲਈ 31 ਦਸੰਬਰ 2021 ਤੱਕ ਕਰ ਸਕਣਗੇ। ਵਿਦੇਸ਼ ਵਿਭਾਗ ਅਨੁਸਾਰ ਕੋਵਿਡ-19 ਮਹਾਮਾਰੀ ਦੇ ਚਲਦਿਆਂ ਅਮਰੀਕਾ ਦੇ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਗਿਆ। ਕੋਵਿਡ-19 ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਸਥਿਤ ਅਮਰੀਕੀ ਐਮਬੈਸੀਆਂ ਅਤੇ ਕੌਂਸਲੇਟ ਦਫ਼ਤਰ ਬੰਦ ਹਨ, ਜਿਸ ਕਰਕੇ ਬਹੁਤ ਸਾਰੇ ਅਮਰੀਕੀ ਨਾਗਰਿਕ ਵਾਪਸ ਨਹੀਂ ਆ ਸਕੇ। ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਵਾਪਸ ਆਉਣ ਵਾਲੇ ਯਾਤਰੀਆਂ ਕੋਲ 72 ਘੰਟਿਆਂ ਦੇ ਅੰਦਰ ਕੋਵਿਡ-19 ਦੀ ਨੈਗੇਟਿਵ ਟੈਸਟ ਰਿਪੋਰਟ ਹੋਣੀ ਲਾਜ਼ਮੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰੋਬਾਰੀ ਸਮਝੌਤਿਆਂ ਖਿਲਾਫ ਅਪਰਾਧਿਕ ਜਾਂਚ ਦੇ ਸਬੂਤਾਂ ਤੇ ਇੱਕ ਨਵੀਂ ਜਿਊਰੀ ਸੁਣਵਾਈ ਕਰੇਗੀ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਇਸ ਗੱਲ ਦਾ ਸੰਕੇਤ ਹੈ ਕਿ ਮੈਨਹਟਨ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ 2 ਸਾਲਾਂ ਦੀ ਜਾਂਚ ਮਗਰੋਂ ਦੋਸ਼ ਤੈਅ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਮੈਨਹਟਨ ਜ਼ਿਲ੍ਹਾ ਅਟਾਰਨੀ ਸਾਇਰਸ ਵੈਸਟ ਜੂਨੀਅਰ ਔਰਤਾਂ ਨੂੰ ਚੁੱਪ ਰਹਿਣ ਲਈ ਟਰੰਪ ਵੱਲੋਂ ਦਿੱਤੀ ਗਈ ਰਾਸ਼ੀ
ਜਾਇਦਾਦਾਂ ਦਾ ਮੁਲਾਂਕਣ ਤੇ ਕਰਮਚਾਰੀਆਂ ਨੂੰ ਮੁਆਵਜ਼ੇ ਸਮੇਤ ਕਈ ਮਾਮਲਿਆਂ ਵਿੱਚ ਟਰੰਪ ਖਿਲਾਫ ਜਾਂਚ ਕਰ ਰਹੇ ਨੇ। ਦੂਜੇ ਪਾਸੇ ਟਰੰਪ ਨੇ ਇਸ ਜਾਂਚ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਕਾਰਵਾਈ ਦੱਸਿਆ। ਨਵੀਂ ਜਿਊਰੀ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਨਾ ਇਹ ਦਰਸਾਉਂਦਾ ਹੈ ਕਿ ਰਿਪਬਲਿਕਨ ਆਗੂ ਟਰੰਪ ਤੇ ਉਹਨਾਂ ਦੀ ਕੰਪਨੀ ਦੀ ਟਰੰਪ ਆਰਗੇਨਾਈਜੇਸ਼ਨ ਖਿਲਾਫ ਅਪਰਾਧਿਕ ਜਾਂਚ ਨੇ ਤੇਜ਼ੀ ਫੜ ਲਈ ਹੈ। ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਦੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਘੱਟ ਕਰਨ ਵਿੱਚ ਮਦਦ ਲਈ ਤੀਜੀ ਐਂਟੀਬਾਡੀ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। FDA ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਕੋਵਿਡ-19 ਦੇ ਹਲਕੇ ਤੋਂ ਮੱਧਮ ਲੱਛਣ ਵਾਲੇ ਮਰੀਜ਼ਾਂ ਲਈ ਗਲੈਕਸੋਸਮਿਥਕਲਾਈਨ ਅਤੇ ਵੀਰ ਬਾਇਓਟੈਕਨੋਲੋਜੀ ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਕੋਵਿਡ-19 ਦੇ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਦੇ ਗੰਭੀਰ ਰੂਪ ਨਾਲ ਬਿਮਾਰ ਪੈਣ ਦਾ ਖਤਰਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਹਨ। ਪਹਿਲਾਂ ਤੋਂ ਉਪਲਬਧ ਅਜਿਹੀਆਂ 2 ਦਵਾਈਆਂ ਦੀ ਮੰਗ ਬਹੁਤ ਘੱਟ ਹੈ ਕਿਉਂਕਿ ਉਹਨਾਂ ਦੀ ਵੰਡ ਵਿੱਚ ਸਾਜ਼ੋ ਸਮਾਨ ਸੰਬੰਧੀ ਰੁਕਾਵਟਾਂ ਹਨ ਅਤੇ ਉਹਨਾਂ ਦੀ ਉਪਲਬਧਤਾ ਨੂੰ ਲੈ ਕੇ ਭਰਮ ਦੀ ਸਥਿਤੀ ਹੈ। ਅਮਰੀਕੀ ਸਿਹਤ ਅਧਿਕਾਰੀ ਇਹਨਾਂ ਦੇ ਇਲਾਜ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਨੇੜਲੇ ਦਵਾਈ ਵਿਕਰੇਤਾਵਾਂ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਨੇ। ਇਹ ਦਵਾਈਆਂ ਕਿਸੇ ਮਰੀਜ਼ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਦੇ 10 ਦਿਨਾਂ ਦੇ ਅੰਦਰ ਦੇਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਅਮਰੀਕੀ ਖੁਫੀਆ ਏਜੰਸੀਆਂ ਨੂੰ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤੀ ਜਾਂਚ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਹ ਸਿੱਟਾ ਕੱਢਣ ਲਈ ਲੋੜੀਂਦੇ ਸਬੂਤ ਨਹੀਂ ਹਨ ਕਿ ਇਹ ਵਾਇਰਸ ਕਿਸੇ ਇਨਫੈਕਟਡ ਜਾਨਵਰ, ਮਨੁੱਖੀ ਸੰਪਰਕ ਜਾਂ ਲੈਬੋਰੇਟਰੀ 'ਚ ਹੋਈ ਦੁਰਘਟਨਾ ਤੋਂ ਬਾਅਦ ਪੈਦਾ ਹੋਇਆ। ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਿਆਦਾਤਰ ਖੁਫੀਆ ਸਮੂਹ ਨੂੰ ਇਹ ਨਹੀਂ ਲੱਗਦਾ ਕਿ ਇਸ ਦਾ ਮੁਲਾਂਕਣ ਕਰਨ ਲਈ ਲੋੜੀਂਦੀ ਜਾਣਕਾਰੀ ਹੈ ਕਿ ਕਿਸ ਦੀ ਸੰਭਾਵਨਾ ਵਧੇਰੇ ਹੈ। ਉਹਨਾਂ ਨੇ ਅਮਰੀਕੀ ਰਾਸ਼ਟਰੀ ਲੈਬੋਰੇਟਰੀਆਂ ਨੂੰ ਜਾਂਚ 'ਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਅਤੇ ਚੀਨ ਤੋਂ ਮਹਾਮਾਰੀ ਦੀ ਸ਼ੁਰੂਆਤ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ 'ਚ ਸਹਿਯੋਗ ਕਰਨ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਅਮਰੀਕਾ ਦੁਨੀਆ ਭਰ ਵਿੱਚ ਸਮਾਨ ਵਿਚਾਰਧਾਰਾ ਵਾਲੇ ਭਾਈਵਾਲ ਨਾਲ ਕੰਮ ਕਰਦਾ ਰਹੇਗਾ ਤਾਂ ਕਿ ਚੀਨ ਤੇ ਪੂਰੀ ਪਾਰਦਰਸ਼ੀ ਸਬੂਤ ਆਧਾਰਿਤ ਅੰਤਰਰਾਸ਼ਟਰੀ ਜਾਂਚ 'ਚ ਹਿੱਸਾ ਲੈਣ ਅਤੇ ਸਾਰੇ ਢੁਕਵੇਂ ਅੰਕੜਿਆਂ ਅਤੇ ਸਬੂਤਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਦਬਾਅ ਪਾਇਆ ਜਾ ਸਕੇ। ਉਹਨਾਂ ਨੇ ਇਸ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਕਿ ਅੰਤਰਰਾਸ਼ਟਰੀ ਜਾਂਚ ਵਿੱਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ 'ਚ ਚੀਨੀ ਸਰਕਾਰ ਦੇ ਇਨਕਾਰ ਨੂੰ ਦੇਖਦੇ ਹੋਏ ਇੱਕ ਯਕੀਨੀ ਸਿੱਟਾ ਕਦੇ ਨਹੀਂ ਕੱਢਿਆ ਜਾ ਸਕਦਾ। ਇੱਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ ਹੁਣ ਤੱਕ 42 ਲੱਖ ਤੋਂ ਜ਼ਿਆਦਾ ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਨੇ। ਜੇਕਰ ਇਸ ਅਨੁਮਾਨ ਤੇ ਭਰੋਸਾ ਨਾ ਹੋਵੇ ਤਾਂ ਵਿਸ਼ਵ ਸਿਹਤ ਸੰਗਠਨ ਨੇ ਜੋ ਕੁਝ ਕਿਹਾ ਹੈ ਉਸ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਕੋਰੋਨਾ ਦੇ ਕਾਰਨ ਹੋਈਆਂ ਮੌਤਾਂ ਦੇ ਆંકੜੇ ਅਧਿਕਾਰਤ ਅੰਕੜਿਆਂ ਤੋਂ 2 ਤੋਂ 3 ਗੁਣਾ ਜ਼ਿਆਦਾ ਹੋ ਸਕਦੇ ਨੇ। ਭਾਰਤ ਵਿੱਚ ਅਧਿਕਾਰਤ ਰੂਪ ਵਿੱਚ ਘੱਟ ਮੌਤਾਂ ਰਿਪੋਰਟ ਹੋਣ ਦੇ ਸ਼ੰਕੇ ਜ਼ਿਆਦਾ ਹਨ। ਇਹਨਾਂ ਸ਼ੰਕਿਆਂ ਦਾ ਆਧਾਰ ਇਹ ਵੀ ਹੈ ਕਿ ਸ਼ਮਸ਼ਾਨ ਘਾਟਾਂ ਵਿੱਚ ਕੋਰੋਨਾ ਸੰਬੰਧੀ ਦੱਸ ਕੇ ਜਿਹੜੇ ਆંકੜੇ ਸਾਹਮਣੇ ਆਉਂਦੇ ਹਨ ਉਹ ਹਸਪਤਾਲਾਂ ਨਾਲੋਂ ਦੱਸੇ ਗਏ ਨਾਲੋਂ ਕਿਧਰੇ ਜ਼ਿਆਦਾ ਨੇ। ਇਸੇ ਪ੍ਰਕਾਰ ਉੱਤਰ ਪ੍ਰਦੇਸ਼ ਵਿੱਚ ਜਿਸ ਤਰ੍ਹਾਂ ਗੰਗਾ ਵਿੱਚ ਲਾਸ਼ਾਂ ਨੂੰ ਰੋੜਿਆ ਗਿਆ ਜਾਂ ਉਸ ਦੇ ਕੰਢੇ ਉੱਤੇ ਲਾਸ਼ਾਂ ਨੂੰ ਦਫਨਾਇਆ ਗਿਆ, ਉਹਨਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਲਿਆ ਗਿਆ। ਦੇਸ਼ ਦੇ ਕੁਝ ਖੇਤਰਾਂ ਵਿੱਚ ਅਜਿਹਾ ਹੀ ਕੁਝ ਹੋ ਰਿਹਾ ਹੈ। ਐਮੋਰੀ ਯੂਨੀਵਰਸਿਟੀ ਦੀ ਮਹਾਮਾਰੀ ਵਿਗਿਆਨਕੀ ਕੋਇਕਾ ਸ਼ਿਓਡਾ ਕਹਿੰਦੀ ਹੈ ਕਿ ਭਾਰਤ ਵਿੱਚ ਹਸਪਤਾਲ ਭਰੇ ਪਏ ਨੇ। ਕੋਰੋਨਾ ਕਾਰਨ ਬਹੁਤ ਸਾਰੀਆਂ ਮੌਤਾਂ ਘਰ ਵਿੱਚ ਹੋ ਰਹੀਆਂ ਹਨ, ਖਾਸ ਕਰਕੇ ਪਿੰਡੂ ਇਲਾਕਿਆਂ ਵਿੱਚ। ਇਹ ਮੌਤਾਂ ਅਧਿਕਾਰਤ ਅੰਕੜਿਆਂ ਤੋਂ ਬਾਹਰ ਹੋ ਜਾਂਦੀਆਂ ਨੇ। ਭਾਰਤ ਵਿੱਚ ਅਜਿਹੀਆਂ ਲੈਬੋਰੇਟਰੀਆਂ ਦੀ ਵੀ ਕਮੀ ਹੈ ਜੋ ਮੌਤਾਂ ਦੀ ਸਹੀ ਵਜ੍ਹਾ ਦੀ ਪੁਸ਼ਟੀ ਕਰ ਸਕਣ। ਕੋਵਿਡ-19 ਤੋਂ ਪਹਿਲਾਂ ਵੀ ਭਾਰਤ ਵਿੱਚ ਹਰ 5 ਵਿੱਚੋਂ 4 ਮੌਤਾਂ ਦੀ ਮੈਡੀਕਲ ਜਾਂਚ ਨਹੀਂ ਕੀਤੀ ਜਾਂਦੀ ਸੀ। ਨਿਊਯਾਰਕ ਟਾਈਮਜ਼ ਨੇ ਭਾਰਤ ਵਿੱਚ ਮੌਤਾਂ ਦੇ ਸਹੀ ਅੰਕੜਿਆਂ ਦਾ ਅਨੁਮਾਨ ਲਗਾਉਣ ਦੇ ਲਈ 1 ਦਰਜਨ ਤੋਂ ਜ਼ਿਆਦਾ ਮਾਹਿਰਾਂ ਦੀ ਮਦਦ ਲਈ ਇਹਨਾਂ ਮਾਹਿਰਾਂ ਨੇ ਭਾਰਤ ਵਿੱਚ ਮਹਾਮਾਰੀ ਨੂੰ 3 ਸਥਿਤੀਆਂ ਵਿੱਚ ਵੰਡਿਆ: ਆਮ, ਸਧਾਰਨ ਸਥਿਤੀ, ਖਰਾਬ ਸਥਿਤੀ, ਬੇहद ਖਰਾਬ ਸਥਿਤੀ। ਅਮਰੀਕਾ ਦੇ ਸੂਬੇ ਮਿਸੂਰੀ ਦੀ ਸੁਪਰੀਮ ਕੋਰਟ ਵਿੱਚ ਕਾਲੇ ਮੂਲ ਦੀ ਪਹਿਲੀ ਔਰਤ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਸੂਬੇ ਦੇ ਰਿਪਬਲਿਕਨ ਗਵਰਨਿੰਗ ਮਾਈਕ ਪਾਰਸਨ ਨੇ ਸੋਮਵਾਰ ਨੂੰ ਮਿਸੂਰੀ ਪੂਰਬੀ ਜ਼ਿਲ੍ਹਾ ਅਪੀਲ ਕੋਰਟ ਦੀ ਜੱਜ ਰੌਬਿਨ ਰੈਨਸਮ ਨੂੰ ਰਾਜ ਦੀ ਸੁਪਰੀਮ ਕੋਰਟ ਵਿੱਚ ਸੇਵਾ ਕਰਨ ਲਈ ਪਹਿਲੀ ਕਾਲੇ ਮੂਲ ਦੀ ਔਰਤ ਜੱਜ ਵਜੋਂ ਨਿਯੁਕਤ ਕੀਤਾ ਹੈ। ਰੈਨਸਮ ਜੱਜ ਲੌਰਾ ਡੇਨੇਵਿਸ ਸਟਿਥ ਦੀ ਜਗ੍ਹਾ ਲਵੇਗੀ ਜੋ ਅਦਾਲਤ ਵਿੱਚ ਨਿਯੁਕਤ ਹੋਈ ਦੂਜੀ ਔਰਤ ਸੀ ਅਤੇ ਮਾਰਚ ਵਿੱਚ ਰਿਟਾਇਰ ਹੋਈ ਸੀ। ਉਸ ਦੀ ਨਿਯੁਕਤੀ ਖਾਸ ਤੌਰ ਤੇ ਇੱਕ ਅਜਿਹੇ ਸੂਬੇ ਵਿੱਚ ਹੋਈ ਹੈ ਜੋ 2014 ਵਿੱਚ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਨਿਹੱਥੇ ਕਾਲੇ ਮੂਲ ਦੇ 18 ਸਾਲਾ ਮਾਈਕਲ ਬਰਾਊਨ ਦੀ ਸ਼ੂਟਿੰਗ ਲਈ ਅੰਤਰਰਾਸ਼ਟਰੀ ਪੱਧਰ ਤੇ ਜਾਣਿਆ ਜਾਂਦਾ ਹੈ। ਇਸ ਸੂਬੇ ਵਿੱਚ ਕਾਲੇ ਭਾਈਚਾਰੇ ਦੇ ਲੋਕ ਪੁਲਿਸ ਅਤੇ ਕੋਰਟਾਂ ਵਿੱਚ ਨਿਰਪੱਖ ਵਿਵਹਾਰ ਦੀ ਮੰਗ ਕਰਦੇ ਹਨ। ਰੈਨਸਮ ਉੱਤਰੀ ਸੇਂਟ ਲੁਈਸ ਜੋ ਕਿ ਫਰਗੂਸਨ ਨੇੜੇ ਦੇ ਹੈ ਵਿੱਚ ਵੱਡੀ ਹੋਈ ਹੈ ਅਤੇ ਉਸਦੇ ਪਿਤਾ ਇੱਕ ਫਾਇਰ ਸਟੇਸ਼ਨ ਤੇ ਕੰਮ ਕਰਦੇ ਸਨ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਦੇ ਸੰਬੰਧ ਵਿੱਚ ਅਮਰੀਕਾ ਨੇ ਇੱਕ ਵਾਰ ਫਿਰ ਤੋਂ ਚੀਨ ਤੇ ਦਬਾਅ ਬਣਾਇਆ। ਕੋਰੋਨਾ ਵਾਇਰਸ ਦੇ ਵਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਾਉਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਯਕੀਨੀ ਜਵਾਬ ਤੱਕ ਪਹੁੰਚਣ ਲਈ ਹੋਰ ਵੀ ਕੋਸ਼ਿਸ਼ ਕਰਨ ਦੀ ਲੋੜ ਹੈ। ਐਂਡੀ ਸਲੈਵਟ ਨੇ ਇੱਕ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਸਾਨੂੰ ਇਸ ਮਹਾਮਾਰੀ ਦੀ ਜੜ ਤੱਕ ਪਹੁੰਚਣਾ ਹੋਵੇਗਾ ਅਤੇ ਚੀਨ ਨੂੰ ਇਸ ਦੇ ਲਈ ਪੂਰੀ ਪਾਰਦਰਸ਼ੀ ਪ੍ਰਕਿਰਿਆ ਅਪਣਾਉਣੀ ਪਵੇਗੀ। ਅਸੀਂ ਚਾਹੁੰਦੇ ਹਾਂ ਕਿ WHO ਇਸ ਮਾਮਲੇ ਵਿੱਚ ਮਦਦ ਕਰੇ। ਸਾਨੂੰ ਨਹੀਂ ਲੱਗਦਾ ਕਿ ਅਜਿਹਾ ਅਜੇ ਹੋ ਰਿਹਾ ਹੈ। ਨਤੀਜੇ ਕੁਝ ਵੀ ਹੋਣ, ਪਰ ਅਜੇ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਇਸ ਬਿਮਾਰੀ ਦੀ ਜੜ ਦਾ ਪਤਾ ਲਾਉਣਾ ਹੈ। ਦੱਸ ਦੇਈਏ ਕਿ ਇਹ ਬਿਆਨ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਉਸ ਰਿਪੋਰਟ ਦੇ ਕੁਝ ਦਿਨ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ 'ਚ ਕੋਰੋਨਾ ਮਹਾਮਾਰੀ ਦਾ ਪਹਿਲਾ ਮਾਮਲਾ ਦਰਜ ਹੋਣ ਕਾਰਨ 1 ਮਹੀਨੇ ਪਹਿਲਾਂ ਨਵੰਬਰ 2019 'ਚ ਵੁਹਾਨ ਲੈਬ ਦੇ ਖੋਜਕਾਰ ਬਿਮਾਰ ਪੈ ਗਏ ਸਨ ਅਤੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। ਕੈਨੇਡਾ 'ਚ ਪੰਜਾਬੀਆਂ ਤੇ ਪੰਜਾਬਣਾਂ ਦੇ ਚਹੇਤੇ ਸ਼ਹਿਰ ਮਿਸੀਸਾਗਾ ਦੇ ਮਾਲਟਨ ਇਲਾਕੇ ਵਿੱਚ ਇੱਕ ਮੁੰਡੇ ਨੂੰ ਅਗਵਾ ਕਰਕੇ ਜ਼ਖਮੀ ਕਰਨ ਦੇ ਇੱਕ ਕੇਸ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕਰਨ ਦਾ ਦਾਅਵਾ ਕੀਤਾ ਹੈ। 10 ਅਪ੍ਰੈਲ 2021 ਦੀ ਘਟਨਾ ਦੀ ਲਗਾਤਾਰ ਜਾਂਚ ਤੋਂ ਬਾਅਦ ਬਰੈਂਪਟਨ ਵਾਸੀ ਗੁਰਵਿੰਦਰ ਢਿੱਲੋਂ, ਮਨਿੰਦਰਜੀਤ ਢੀਂਡਸਾ, ਹਰਪਾਲ ਢਿੱਲੋਂ, ਕਲੀਬ ਰਾਹੀ ਅਤੇ ਮਿਸੀਸਾਗਾ ਵਾਸੀ ਲਖਵੀਰ ਸਿੰਘ, ਜਸਪੁਨੀਤ ਬਾਜਪਾ, ਅਗਿਆਤ ਵਾਸੀ ਰਮਨਪ੍ਰੀਤ ਸਿੰਘ ਹਿਰਾਸਤ ਵਿੱਚ ਲਏ ਹਨ। ਅਗਵਾ ਕੀਤਾ ਲੜਕਾ ਕੁਝ ਘੰਟਿਆਂ ਬਾਅਦ ਮਾਲਟਨ 'ਚ ਹੀ ਪੁਲਿਸ ਨੂੰ ਮਿਲ ਗਿਆ ਸੀ। ਸਾਰੇ ਸ਼ੱਕੀਆਂ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕੇਸ ਤਿਆਰ ਕੀਤਾ ਜਾ ਰਿਹਾ ਹੈ। ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਬੁੱਧਵਾਰ ਨੂੰ ਭਾਰਤ ਵਿੱਚ ਕਾਨੂੰਨੀ ਕਾਰਵਾਈ ਲਈ ਫੀਸਾਂ ਦਾ ਭੁਗਤਾਨ ਕਰਨ ਲਈ ਅਦਾਲਤ ਕੋਲ ਜਮ੍ਹਾਂ ਰਕਮ ਹਾਸਲ ਕਰਨ ਦੀ ਅਪੀਲ ਰੱਦ ਕਰ ਦਿੱਤੀ ਗਈ। ਲੰਡਨ ਸਥਿਤ ਹਾਈ ਕੋਰਟ ਨੇ ਕਿਹਾ ਕਿ 65 ਸਾਲਾ ਕਾਰੋਬਾਰੀ 7.5 ਮਿਲੀਅਨ ਪੌਂਡ ਹਾਸਲ ਕਰਨ ਦੀ ਅਪੀਲ ਦਾ ਸਮਰਥਨ ਕਰਨ ਲਈ ਲੋੜੀਂਦੇ ਸਬੂਤ ਦੇਣ ਵਿੱਚ ਅਸਫਲ ਰਿਹਾ। ਵਰਚੁਅਲ ਸੁਣਵਾਈ ਦੌਰਾਨ ਜਸਟਿਸ ਰਾਬਰਟ ਮਾਈਲਜ਼ ਨੇ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਸੰਘ ਦੇ ਹੱਕ ਵਿੱਚ ਫੈਸਲਾ ਸੁਣਾਇਆ। ਉਹਨਾਂ ਮਾਲਿਆ ਨੂੰ ਅਪੀਲ ਲਾਗਤ ਦਾ 95% ਖਰਚਾ ਚੁੱਕਣ ਦਾ ਆਦੇਸ਼ ਦਿੱਤਾ ਕਿਉਂਕਿ ਭਾਰਤੀ ਬੈਂਕ ਵੱਡੇ ਪੱਧਰ ਤੇ ਸਫਲ ਰਹੇ ਹਨ ਅਤੇ ਅਦਾਲਤ ਵਿੱਚ ਜਮ੍ਹਾਂ ਰਕਮਾਂ ਦੀ ਹੋਰ ਪ੍ਰਵਾਨਗੀ ਨੂੰ ਰੋਕਣ ਦੀ ਲੜਾਈ ਵਿੱਚ ਜੇਤੂ ਰਹੇ। ਐਂਟੀਗਾ ਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨੀ ਨੇ ਕਿਹਾ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ, ਜਿਸ ਨੂੰ ਡੋਮਿਨਿਕਾ ਤੋਂ ਕਾਬੂ ਕੀਤਾ ਗਿਆ ਹੈ, ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਰਤੀ ਅਥਾਰਟੀਜ਼ ਡੋਮਿਨਿਕਾ ਦੇ ਸੰਪਰਕ ਵਿੱਚ ਹਨ। ਬਰਾਊਨੀ ਨੇ ਖਬਰ ਏਜੰਸੀ ANI ਨੂੰ ਦਿੱਤੀ ਖਾਸ ਇੰਟਰਵਿਊ ਵਿੱਚ ਕਿਹਾ ਕਿ ਡੋਮਿਨਿਕਾ ਨੇ ਚੌਕਸੀ ਨੂੰ ਭਾਰਤ ਹਵਾਲੇ ਕਰਨ ਦੀ ਸਹਿਮਤੀ ਦਿੱਤੀ ਹੈ ਤੇ ਐਂਟੀਗਾ ਹੁਣ ਭਗੌੜਾ ਹੀਰਾ ਕਾਰੋਬਾਰੀ ਨੂੰ ਆਪਣੇ ਮੁਲਕ ਵਿੱਚ ਮੁੜ ਦਾਖਲ ਹੋਣ ਦੀ ਆਗਿਆ ਨਹੀਂ ਦੇਵੇਗਾ। ਬਰਾਊਨੀ ਨੇ ਕਿਹਾ ਕਿ ਉਹਨਾਂ ਡੋਮਿਨਿਕਾ ਦੇ ਪ੍ਰਧਾਨ ਮੰਤਰੀ ਸਕੈਰਟ ਤੇ ਕਾਨੂੰਨ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸੀ ਨੂੰ ਐਂਟੀਗਾ ਦੇ ਸਪੁਰਦ ਨਾ ਕਰਿਓ ਕਿਉਂਕਿ ਚੌਕਸੀ ਨੂੰ ਉੱਥੋਂ ਦੇ ਨਾਗਰਿਕਾਂ ਵਜੋਂ ਕਾਨੂੰਨੀ ਤੇ ਸੰਵਿਧਾਨਿਕ ਸੁਰੱਖਿਆ ਹਾਸਲ ਹੈ। ਭਾਰਤੀ ਮੂਲ ਦੇ ਇੱਕ ਮੈਟਰੋ ਟ੍ਰੇਨ ਚਾਲਕ ਨੇ ਇੱਕ ਏਸ਼ੀਆਈ ਵਿਅਕਤੀ ਦੀ ਜਾਨ ਬਚਾਈ ਜਿਸ ਨੂੰ ਇੱਕ ਨਫ਼ਰਤੀ ਅਪਰਾਧ ਦੀ ਵਜ੍ਹਾ ਨਾਲ ਰੇਲ ਪਟੜੀ ਤੇ ਮਰਨ ਲਈ ਧੱਕਾ ਦਿੱਤਾ ਗਿਆ ਸੀ। ਮੀਡੀਆ ਨੇ ਦੱਸਿਆ ਕਿ ਡਰਾਈਵਰ ਡੋਬਿਨ ਮੈਡਾਥਲ ਨੇ ਕਿਹਾ ਕਿ ਉਸਨੇ ਰੇਲ ਗੱਡੀ ਨੂੰ ਇੱਕ ਹੰਗਾਮੀ ਮੋੜ ਤੇ ਰੱਖਿਆ ਸੀ। ਜਦੋਂ ਉਸਨੇ ਪੀੜਤ ਵਿਅਕਤੀ ਨੂੰ ਪਟੜੀ ਤੇ ਵੇਖਿਆ, ਸਮਝਦਾਰੀ ਦਾ ਸਬੂਤ ਦਿੰਦੇ ਹੋਏ ਉਸਨੇ ਤੁਰੰਤ ਪੀੜਤ ਤੋਂ 10 ਮੀਟਰ ਘੱਟ ਦੂਰੀ ਤੇ ਰੇਲ ਗੱਡੀ ਰੋਕਣ 'ਚ ਕਾਮਯਾਬੀ ਹਾਸਲ ਕੀਤੀ ਤੇ ਉਸਦੀ ਮਦਦ ਕਰਨ ਲਈ ਚੱਲ ਪਿਆ। ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਸਮੇਂ ਤੇ ਰੁਕ ਗਿਆ ਤੇ ਉਸ ਵਿਅਕਤੀ ਦੀ ਜਾਨ ਬਚਾਈ ਜਾ ਸਕੀ। ਦਾ ਹਿਲ ਵੈਬਸਾਈਟ ਜੋ ਰਾਜਨੀਤਿਕ ਕਵਰੇਜ ਤੇ ਧਿਆਨ ਕੇਂਦਰਿਤ ਕਰਦੀ ਹੈ ਨੇ ਕਿਹਾ ਡਰਾਈਵਰ ਨੂੰ ਵੀਰ ਕਿਹਾ ਹੈ। ਪੁਲਿਸ ਨੇ ਦੱਸਿਆ ਕਿ ਉਹ ਸੰਭਾਵਿਤ ਨਫ਼ਰਤ ਅਪਰਾਧ ਵਜੋਂ ਏਸ਼ੀਆਈ ਵਿਅਕਤੀ ਤੇ ਹਮਲੇ ਦੀ ਜਾਂਚ ਕਰ ਰਹੀ ਹੈ। ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਅਲਵਿਦਾ ਆਖ ਕੇ ਆਪ ਦਾ ਪੱਲਾ ਫੜ ਕੇ ਇਸ ਹਲਕੇ ਤੋਂ ਮੁੜ ਵਿਧਾਇਕ ਬਣਨ 'ਚ ਕਾਮਯਾਬ ਹੋਏ ਸਨ। ਖਹਿਰਾ ਦੇ ਆਪ ਹਾਈ ਕਮਾਨ ਨਾਲ ਰਾਜਨੀਤਿਕ ਸੰਬੰਧ ਵਧੀਆ ਨਾ ਰਹਿਣ ਕਰਕੇ ਉਹਨਾਂ ਆਪ ਨੂੰ ਛੱਡ ਕੇ ਆਪਣੀ ਨਵੀਂ ਰਾਜਨੀਤਿਕ ਪਾਰਟੀ ਪੰਜਾਬ ਏਕਤਾ ਪਾਰਟੀ ਹੋਂਦ 'ਚ ਲਿਆਂਦੀ। ਦੁਆਬਾ ਛੱਡ ਕੇ ਮਾਲ ਵਿੱਚ ਜਾ ਕੇ ਆਪਣੀ ਧਾਕ ਜਮਾਉਣ ਦੇ ਇਵਜ਼ 'ਚ ਉਹਨਾਂ ਆਪਣੀ ਪਾਰਟੀ ਦੇ ਸਿੱਬਲ ਤੇ ਬਠਿੰਡਾ ਲੋਕ ਸਭਾ ਸੀਟ ਤੇ ਚੋਣ ਵੀ ਲੜੀ, ਪਰ ਉਹਨਾਂ ਹੱਥ ਕਾਮਯਾਬੀ ਨਾ ਲੱਗਣ ਕਰਕੇ ਉਹਨਾਂ ਸਰਗਰਮ ਸਿਆਸਤ ਜਾਰੀ ਰੱਖਦੇ ਹੋਏ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸਮੇਂ-ਸਮੇਂ ਤੇ ਆਪਣਾ ਯੋਗਦਾਨ ਪਾਇਆ। ਖਹਿਰਾ ਕਿਸੇ ਵੀ ਮੰਚ ਤੇ ਕਾਂਗਰਸ ਕਸੂਰਵਾਰ ਹੁੰਦੇ ਵੀ ਕਾਂਗਰਸ ਖਿਲਾਫ ਆਪਣਾ ਮੂੰਹ ਖੋਲਣ ਨੂੰ ਮੁਨਾਸਬ ਨਹੀਂ ਸਮਝਦੇ, ਜੋ ਉਹਨਾਂ ਦੇ ਭਵਿੱਖ 'ਚ ਕਾਂਗਰਸ 'ਚ ਸ਼ਾਮਲ ਹੋਣ ਦਾ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਖਹਿਰਾ ਨੂੰ ਕਿਸੇ ਸਮੇਂ ਵੀ ਕਾਂਗਰਸ 'ਚ ਸ਼ਾਮਲ ਕਰਨ ਦਾ ਰਸਮੀ ਐਲਾਨ ਕਾਂਗਰਸ ਹਾਈਕਮਾਨ ਕਰ ਸਕਦੀ ਹੈ। ਉਧਰ ਕਾਂਗਰਸ ਹਾਈਕਮਾਨ ਵੀ ਇਹ ਗੱਲ ਭੁੱਲੀ ਨਹੀਂ ਕਿ ਖਹਿਰਾ ਤੋਂ ਬਿਨਾਂ ਕਾਂਗਰਸ ਦਾ ਕੋਈ ਹੋਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਬਾਲਾ ਵਿੱਚ ਚੋਰੀ ਕਰਨ ਮਗਰੋਂ ਪਿੰਡ ਇਤਰਾਜ਼ਯੋਗ ਪੋਸਟਰ ਲਗਵਾਉਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਵਿਸ਼ੇਸ਼ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਪ੍ਰੇਮੀ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਤੋਂ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕਰਨ ਅਤੇ ਬਾਅਦ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਦੀ ਕਥਿਤ ਸਾਜ਼ਿਸ਼ ਰਚੀ ਸੀ। ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 2 ਮਾਮਲਿਆਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾ ਚੁੱਕਾ ਹੈ, ਪਰ ਇਹਨਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਅਤੇ ਅਦਾਲਤ ਇਹਨਾਂ ਨੂੰ ਭਗੌੜਾ ਐਲਾਨ ਚੁੱਕੀ ਹੈ। ਜਾਂਚ ਟੀਮ ਦੀ ਮੰਗ ਤੇ ਅਦਾਲਤ ਨੇ ਡੇਰਾ ਪ੍ਰੇਮੀ ਰਣਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ 2 ਦਿਨ ਹੋਰ ਪੁਲਿਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਨੇ ਅਦਾਲਤ ਨੂੰ ਦੱਸਿਆ ਕਿ 9 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਫੜੇ ਗਏ ਡੇਰਾ ਪ੍ਰੇਮੀਆਂ ਕੋਲ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਓਟਾਵਾ ਨੇ ਕੈਨੇਡੀਅਨ ਹਵਾਈ ਆਪਰੇਟਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਚੇਤਾਵਨੀ ਵਿੱਚ ਉਹਨਾਂ ਨੂੰ ਮਿੰਸਕ ਵਿੱਚ ਰਾਇਨਾਇਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਬੇਲਾਰੂਸੀ ਹਵਾਈ ਖੇਤਰ ਵਿੱਚ ਉਡਾਣ ਭਰਨ ਸੰਬੰਧੀ ਸਾਵਧਾਨ ਕੀਤਾ ਗਿਆ। ਵਿਦੇਸ਼ ਮੰਤਰੀ ਮਾਰਕ ਗਰਨੇਓ ਅਤੇ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਆਪਣੇ ਇੱਕ ਸਾਂਝੇ ਬਿਆਨ ਵਿੱਚ ਕਿਹਾ, ਟਰਾਂਸਪੋਰਟ ਕੈਨੇਡਾ 에ਅਰਮੇਨ ਨੂੰ ਇੱਕ ਨੋਟਿਸ ਜਾਰੀ ਕਰ ਰਿਹਾ ਹੈ ਜੋ ਕੈਨੇਡੀਅਨ 에ਅਰ ਆਪਰੇਟਰਾਂ ਅਤੇ ਕੈਨੇਡਾ ਵਿੱਚ ਰਜਿਸਟਰਡ ਜਹਾਜ਼ਾਂ ਦੇ ਮਾਲਕਾਂ ਨੂੰ ਬੇਲਾਰੂਸੀ ਹਵਾਈ ਖੇਤਰ ਵਿੱਚ ਕਿਸੇ ਵੀ ਉਚਾਈ ਤੇ ਸੰਚਾਲਨ ਤੋਂ ਬਚਣ ਦੀ ਸਲਾਹ ਦੇ ਰਿਹਾ ਹੈ। ਮੰਗਲਵਾਰ ਨੂੰ ਵਾਪਰੀ ਘਟਨਾ ਤੇ ਬਾਅਦ ਵਿੱਚ ਸੁਰੱਖਿਆ ਚਿੰਤਾਵਾਂ ਦਾ ਹਵਾਲੇ ਦਿੰਦੇ ਹੋਏ ਇਹ ਚੇਤਾਵਨੀ ਜਾਰੀ ਕੀਤੀ ਗਈ। ਮਹਾਨ ਭਾਰਤੀ ਐਥਲੀਟ ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਲਖਾ ਸਿੰਘ ਆਕਸੀਜਨ ਤੇ ਹਨ, ਪਰ ਉਹਨਾਂ ਦੀ ਹਾਲਤ ਸਥਿਰ ਹੈ। ਮਿਲਖਾ ਸਿੰਘ ਨੂੰ ਹਸਪਤਾਲ ਦੇ ICU ਤੋਂ ਬਾਹਰ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਕੋਵਿਡ ਨਮੂਨਿਆਂ ਦਾ ਇਲਾਜ ਕੀਤਾ। ਹਸਪਤਾਲ ਨੇ ਮਿਲਖਾ ਸਿੰਘ ਦੀ ਸਿਹਤ ਸੰਬੰਧੀ ਅਪਡੇਟ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਡਾਕਟਰਾਂ ਅਨੁਸਾਰ ICU ਤੋਂ ਬਾਹਰ ਆਉਣਾ ਉਹਨਾਂ ਦੀ ਸਥਿਤੀ ਵਿੱਚ ਸੁਧਾਰ ਦਾ ਸੰਕੇਤ ਹੈ। ਮਿਲਖਾ ਸਿੰਘ ਦੀ 82 ਸਾਲਾ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੂੰ ਵੀ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਮਿਲਖਾ ਸਿੰਘ ਦਾ ਇਲਾਜ ਚੱਲ ਰਿਹਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।